ਸੁਸ਼ੀਲ ਰਿੰਕੂ ਤੁਹਾਡੇ ਕਲੀਗ ਸੀਗੇ, ਤੁਹਾਡੇ ਸਾਥੀ ਸੀ, ਪੱਟ ਕੇ ਲੈ ਗਏ ਆਮ ਆਦਮੀ ਪਾਰਟੀ ਵਾਲੇ। ਤਾਂ ਤੁਸੀਂ ਰੋਕ ਨਹੀਂ ਪਾਏ। ਕਾਂਗਰਸ ਭਵਨ ਦੇ ਵਿੱਚ ਰਾਜਾ ਵੜਿੰਗ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ, ਕਹਿੰਦੇ ਕਾਂਗਰਸ ਭਵਨ 'ਚ ਇੱਕ ਕੰਧ ਇਦਾਂ ਦੀ ਲਾਓ ਜਿੱਥੇ ਗਦਾਰਾਂ ਦੀਆਂ ਫੋਟੋਆਂ ਲਾਈਆਂ ਜਾਣ। ਜੇ ਕੋਈ ਪਾਰਟੀ ਛੱਡ ਕੇ ਜਾਂਦਾ, ਜੇ ਕਦੇ ਵਾਪਸ ਵੀ ਆਉਣਾ ਚਾਹੁੰਦਾ ਤਾਂ ਫਿਰ ਉਹ ਕੁਛ ਇੱਕ ਦਿਨ ਪਾਣੀ ਪਿਆਵੇ ਹਰੇਕ ਵਰਕਰ ਨੂੰ। ਕਿ ਕਾਂਗਰਸ ਸੰਭਾਲ ਨਹੀਂ ਪਾ ਰਹੀ ਆਪਦੇ ਬੰਦਿਆਂ ਨੂੰ, ਜਾਂ ਵਜ੍ਹਾ ਕੀ ਆ ਫਿਰ? ਕਿਤੇ ਖੰਡ ਜੋਗੇ ਵੀ ਤਾਂ ਹੋਣੇ ਚਾਹੀਦੇ ਆ। ਇਹਦਾ ਮਤਲਬ ਤੁਸੀਂ ਕਿਸੇ ਆਈਡੀਓਲੋਜੀ ਲਈ ਨਹੀਂ ਖੜੇ, ਤੁਸੀਂ ਤਾਂ ਸਿਰਫ ਪਾਵਰ ਨਾਲ ਖੜੇ ਹੋਣਾ ਚਾਹੁੰਦੇ ਹੋ। ਤੁਸੀਂ ਇਹਦਾ ਮਤਲਬ ਕਿਤੇ ਨਾ ਕਿਤੇ ਕਿਸੇ ਗੱਲਾਂ 'ਚੋਂ ਕਾਣੇ ਆ, ਤੇ ਤੁਸੀਂ ਫਿਰ ਉਹ ਠੱਗੀਆਂ ਨੂੰ ਕਵਰ ਕਰਨ ਲਈ ਤੇ ਫਿਰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਕਰਨ ਲਈ ਜਾ ਸਕਦੇ। ਜਿਹੜੇ ਲੀਡਰ ਆ ਨਾ, ਜੇ ਕੋਈ ਕਹੇ ਵੀ ਮੈਂ 10,000 ਵੋਟ ਨਾਲ ਲੈ ਗਿਆ ਜਾਂ 20,000 ਵੋਟ ਨਾਲ ਲੈ ਗਿਆ, ਉੱਦਾਂ ਦੇ ਲੀਡਰ ਨਹੀਂ ਹੈਗੇ। ਸਿੰਘ ਸਿੱਧੂ ਆ ਗਏ ਜੇਲ੍ਹ ਚੋਂ ਬਾਹਰ, ਤੁਹਾਡੇ ਤਾਂ ਬਹੁਤ ਚੰਗੇ ਦੋਸਤ ਆ, ਕੀ ਗੱਲਬਾਤ ਹੋਈ? ਵੱਡੀ ਜ਼ਿੰਮੇਵਾਰੀ ਕੋਈ ਮਿਲਣ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ? ਨਹੀਂ, ਸੀਟ ਅਸੀਂ ਜਿੱਤਾਂਗੇ। ਵੈਸੇ ਜਿਹੜੀਆਂ ਲੈਗੇਸੀਜ਼ ਆ ਉਹ ਮੁੱਕਦੀਆਂ ਵੀ ਤਾਂ ਹੀ ਹੁੰਦੀਆਂ, ਕੋਈ ਨਾ ਕੋਈ ਦੂਜੀ ਤੀਜੀ ਚੌਥੀ ਪੀੜ੍ਹੀ ਦਾ ਬੰਦਾ ਇਹੋ ਜਿਹਾ ਜੰਮਦਾ ਤੇ ਉਹਨੇ ਫਿਰ ਖਤਮ ਵੀ ਤਾਂ ਕਰਨੀ ਹੁੰਦੀ ਹੈ ਨਾ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਭਖਿਆ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ, ਔਰ ਇਸ ਚੀਜ਼ ਨੂੰ ਕਾਂਗਰਸੀ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਕਾਂਗਰਸ ਦੀ ਇਸ ਸੀਟ ਨੂੰ ਫਿਰ ਕਾਂਗਰਸ ਜਿੱਤੇਗੀ ਜਾਂ ਆਮ ਆਦਮੀ ਪਾਰਟੀ ਕਬਜ਼ਾ ਕਰੇਗੀ, ਦੇਖਣਾ ਹੋਏਗਾ। ਸਰਦਾਰ ਪ੍ਰਗਟ ਸਿੰਘ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਿਧਾਇਕ ਨੇ ਹਲਕਾ ਕੈਂਟ ਤੋਂ। ਪ੍ਰਗਟ ਜੀ, ਸਭ ਤੋਂ ਪਹਿਲਾ ਸਵਾਲ ਇਹ, ਸੁਸ਼ੀਲ ਰਿੰਕੂ ਤੁਹਾਡੇ ਕਲੀਗ ਸੀਗੇ, ਤੁਹਾਡੇ ਸਾਥੀ ਸੀ, ਪੱਟ ਕੇ ਲੈ ਗਏ ਆਮ ਆਦਮੀ ਪਾਰਟੀ ਵਾਲੇ, ਔਰ ਸੁਸ਼ੀਲ ਰਿੰਕੂ ਦੇ ਜਾਣ ਦੀ ਵਜ੍ਹਾ ਤੁਹਾਨੂੰ ਨਜ਼ਰ ਕੀ ਆਈ ਹੈ? ਸਭ ਤੋਂ ਪਹਿਲਾਂ ਤੁਸੀਂ ਰੋਕ ਨਹੀਂ ਪਾਏ, ਵਜ੍ਹਾ ਕੀ ਹੈ? ਦੇਖੋ, ਪਹਿਲੀ ਗੱਲ ਤਾਂ ਵਿਕਰਮ ਜੀ, ਜਿਹੜੀ ਇਹਨਾਂ ਦੀ ਬੈਂਕਰਪਸੀ ਆ, ਵੀ ਇਹ ਜਿਹੜੇ ਬਹੁਤ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਸੀ ਵੀ ਸਾਡੇ ਕੋਲ ਜੀ ਇੰਨਾ ਵਲੰਟੀਅਰ ਆ, ਅਸੀਂ ਨਵਿਆਂ ਨੂੰ ਦੇਵਾਂਗੇ ਜੀ, ਅਸੀਂ ਫਲਾਣੇ ਨੂੰ ਚਾਂਸ ਦੇਵਾਂਗੇ, ਇਹਨਾਂ ਕੋਲ ਪਹਿਲੀ ਗੱਲ ਤਾਂ ਕੈਂਡੀਡੇਟ ਹੀ ਹੈ ਨਹੀਂ ਸੀ। ਔਰ ਦੂਸਰੀ ਗੱਲ ਹੈ, ਕਿਉਂਕਿ ਸੁਸ਼ੀਲ ਰਿੰਕੂ ਜਿਹੜਾ ਬੇਸਿਕਲੀ ਉਹਨਾਂ ਦੀ ਜਿਹੜੀ ਵੈਸਟ ਕੌਂਸਟੀਚੁਐਂਸੀ ਆ, ਉਹਦੇ ਵਿੱਚ ਉਹ ਦੋਨੇ ਜਿਹੜੇ ਹੁਣ ਵਰਤਮਾਨ MLA ਆ, ਉਹਦੇ ਨਾਲ ਬੜੀ ਰਿਵੈਲਰੀ ਸੀ। ਅੱਛਾ, ਇਹ ਹੁੰਦੀ ਆ, ਕੋਈ ਪੋਲੀਟੀਕਲ ਇਹ ਨਵੀਂ ਗੱਲ ਨਹੀਂ ਹੈ, ਪਰ ਕਿਤੇ ਖੰਡ ਜੋਗੇ ਵੀ ਤਾਂ ਹੋਣੇ ਚਾਹੀਦੇ ਆ। ਇਹਦਾ ਮਤਲਬ ਤੁਸੀਂ ਕਿਸੇ ਆਈਡੀਓਲੋਜੀ ਲਈ ਨਹੀਂ ਖੜੇ, ਤੁਸੀਂ ਤਾਂ ਸਿਰਫ ਪਾਵਰ ਨਾਲ ਖੜੇ ਹੋਣਾ ਚਾਹੁੰਦੇ ਆ। ਅੱਛਾ, ਫਿਰ ਹੌਲੀ ਹੌਲੀ ਲੋਕੀ ਫਿਰ ਤੁਹਾਡੇ ਤੇ ਇਤਬਾਰ ਕਰਨਾ ਹਟ ਜਾਣਗੇ, ਕਿਉਂਕਿ ਜਿੰਨਾ ਚਿਰ ਪੋਲੀਟੀਕਲ ਕਲਾਸ ਕਿਸੇ ਜਾਂ ਤਾਂ ਕੋਈ ਲੌਜੀਕਲ ਲੜਾਈ ਹੋਵੇ ਪਾਰਟੀ ਦੀ ਵੀ ਹਾਂ ਵੀ ਐਸ ਕਰਕੇ ਜਾਂ ਉਹਦੇ ਰੀਜ਼ਨ ਆ, ਜੇ ਰੀਜ਼ਨ ਕੋਈ ਨਹੀਂ, ਰੀਜ਼ਨ ਤਾਂ ਇਹ ਆ ਵੀ ਤੁਸੀਂ ਇਹਦਾ ਮਤਲਬ ਕਿਤੇ ਨਾ ਕਿਤੇ ਕਿਸੇ ਗੱਲਾਂ 'ਚੋਂ ਕਾਣੇ ਆ, ਤੇ ਤੁਸੀਂ ਫਿਰ ਉਹ ਠੱਗੀਆਂ ਨੂੰ ਕਵਰ ਕਰਨ ਲਈ ਤੇ ਫਿਰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਕਰਨ ਲਈ ਜਾ ਸਕਦੇ ਹੋ। ਸੋ ਮੈਂ ਇਹੋ ਜਿਹੀ ਰਾਜਨੀਤੀ ਨੂੰ ਬਹੁਤ ਗੰਦੀ ਰਾਜਨੀਤੀ ਸਮਝਦਾ, ਬਹੁਤ ਅਪਰਚੂਨਿਜ਼ਮ ਵਾਲੀ ਰਾਜਨੀਤੀ ਸਮਝਦਾ। ਇਹ ਕੋਈ ਇਨਸਾਨੀਅਤ ਵਾਲੀ ਚੰਗੇ ਇਨਸਾਨੀਅਤ ਦੇ ਗੁਣ ਨਹੀਂ ਹੈ ਇਹਦੇ 'ਚ। ਤੁਹਾਨੂੰ ਲੱਗਦਾ ਕਿ ਠੱਗੀਆਂ ਕੀਤੀਆਂ ਹੋਈਆਂ ਉਜਾਗਰ ਨਾ ਹੋ ਜਾਣ, ਵਿਜੀਲੈਂਸ ਪਿੱਛੇ ਨਾ ਪੈ ਜੇ, ਇਸ ਕਰਕੇ ਰਿੰਕੂ ਹੁਣੀ ਉਧਰ ਚਲੇ ਗਏ? ਨਹੀਂ, ਇਹ ਤਾਂ ਉਹਨਾਂ ਨੂੰ ਪਤਾ ਹੋਊ ਨਾ ਵੀ ਡਰ ਕਿਸ ਚੀਜ਼ ਦਾ। ਫਿਰ ਜੇ ਡਰ ਕਿਸੇ ਚੀਜ਼ ਦਾ ਨਹੀਂ ਹੈ, ਜੇ ਤੁਸੀਂ ਕਿਸੇ ਆਈਡੀਓਲੋਜੀ ਨਾਲ ਨਹੀਂ ਖੜਦੇ, ਫਿਰ ਅਲਟੀਮੇਟਲੀ ਇਹਦਾ ਮਤਲਬ ਤਾਂ ਹੀ ਤਾਂ ਲੋਕੀ ਜਿਹੜੇ ਲੀਡਰਾਂ ਨੂੰ ਕਈ ਵਾਰੀ ਮੰਦੀ ਸ਼ਬਦਾਵਲੀ ਵੀ ਵਰਤਦੇ ਆ। ਇਹਦਾ ਮਤਲਬ ਤਾਂ ਇਹ ਹੋਇਆ ਨਾ ਵੀ ਤੁਸੀਂ ਬਹੁਤ ਅਪਰਚੂਨਿਟਿਜ਼ਮ ਹੈਗੇ ਆ, ਤੇ ਫਿਰ ਇਸ ਕਰਕੇ ਤੁਸੀਂ ਚਲੇ ਗਏ। ਇਹ ਵੀ ਚੱਕਰ ਹੈਗਾ ਸੀਗਾ ਕਿ ਟਿਕਟ ਲਈ ਦਾਅਵੇਦਾਰੀ ਕਰ ਰਹੇ ਸੀ, ਕਹਿੰਦੇ ਕਿ ਸੰਤੋਖ ਚੌਧਰੀ ਦੇ ਪਰਿਵਾਰ ਦੀ ਥਾਂ ਤੇ ਹੁਣ ਟਿਕਟ ਮੈਨੂੰ ਦਿੱਤੀ ਜਾਵੇ, ਇਸ ਤਰ੍ਹਾਂ ਦੀ ਗੱਲ ਵੀ ਰੱਖੀ ਸੀ ਰਿੰਕੂ ਹੁਣਾਂ ਨੇ ਕਿ ਕਾਂਗਰਸ ਤੋਂ ਮੈਨੂੰ ਉਮੀਦਵਾਰ ਐਲਾਨੋ? ਇਦਾਂ ਦੀ ਤਾਂ ਕੋਈ ਗੱਲ ਨਹੀਂ ਸੀ ਬਹੁਤੀ ਲੰਮੀ ਚੌੜੀ, ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਕੋਈ ਬਹੁਤੀ ਲੰਮੀ ਚੌੜੀ ਗੱਲ ਹੋਵੇ। ਅਖੀਰਲੇ ਦਿਨਾਂ 'ਚ ਕੋਈ ਗੱਲ ਵੀ ਨਹੀਂ ਹੋਈ ਜਾਣ ਵੇਲੇ, ਕੋਈ ਨਾਰਾਜ਼ਗੀ? ਕਿਉਂਕਿ ਪਿਛਲੇ ਦਿਨਾਂ ਦਾ ਉਹਨਾਂ ਦਾ ਇੱਕ ਵੀਡੀਓ ਆਇਆ, ਉਹ ਕਹਿੰਦੇ ਕਿ ਕਾਂਗਰਸ ਭਵਨ ਦੇ ਵਿੱਚ ਰਾਜਾ ਵੜਿੰਗ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ, ਕਹਿੰਦੇ ਕਾਂਗਰਸ ਭਵਨ 'ਚ ਇੱਕ ਕੰਧ ਇਦਾਂ ਦੀ ਲਾਓ ਜਿੱਥੇ ਗਦਾਰਾਂ ਦੀਆਂ ਫੋਟੋਆਂ ਲਾਈਆਂ ਜਾਣ। ਜੇ ਕੋਈ ਪਾਰਟੀ ਛੱਡ ਕੇ ਜਾਂਦਾ, ਕਹਿੰਦੇ ਧੋਖਾ ਦੇ ਕੇ ਜਾਂਦਾ, ਜੇ ਕਦੇ ਵਾਪਸ ਵੀ ਆਉਣਾ ਚਾਹੁੰਦਾ ਤਾਂ ਫਿਰ ਉਹ ਕੁਛ ਇੱਕ ਦਿਨ ਪਾਣੀ ਪਿਆਵੇ ਹਰੇਕ ਵਰਕਰ ਨੂੰ, ਇਸ ਤਰ੍ਹਾਂ ਦੀ ਡਿਊਟੀ ਵੀ ਕਹਿੰਦੇ ਲੱਗਣੀ ਚਾਹੀਦੀ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਸੀਗੇ। ਅਚਾਨਕ ਹੀ ਹਿਰਦੇ ਪਰਿਵਰਤਨ, ਫਿਰ ਸਾਰੀਆਂ ਚੀਜ਼ਾਂ ਬਦਲ ਗਈਆਂ। ਪਤਾ ਨਹੀਂ, ਇਹ ਤਾਂ ਹੁਣ ਜਵਾਬ ਤਾਂ ਮੈਨੂੰ ਲੱਗਦਾ ਰਿੰਕੂ ਹੀ ਦੇ ਸਕਦਾ ਸੀ, ਤਾਂ ਕਿਉਂਕਿ ਮੇਰੇ ਤਾਂ ਜ਼ਹਿਨ 'ਚ ਵੀ ਇਦਾਂ ਦੀ ਗੱਲ ਨਹੀਂ ਆਉਂਦੀ। ਹਾਂ, ਕਿਸੇ ਨਾਲ ਡਿਫਰੈਂਸ ਆਫ ਓਪੀਨੀਅਨ ਹੋਵੇ ਐਂਡ ਸਟਰੋਂਗ ਡਿਫਰੈਂਸ ਆਫ ਓਪੀਨੀਅਨ ਹੋਵੇ, ਅਦਰਵਾਈਜ਼ ਜੇ ਤੁਸੀਂ ਇੱਕ ਦਿਨ ਆਹ ਗੱਲ ਕਰਦੇ ਹੋ, ਕਿਉਂਕਿ ਦੇਖੋ ਇਹ ਲੋਕ ਫਿਰ ਲੋਕਾਂ ਨੂੰ ਫੇਸ ਕਿਵੇਂ ਕਰਨਗੇ? ਕਿਉਂਕਿ ਹੁਣ ਲੋਕੀ ਦਾ ਵੀਡੀਓ ਜਿਹੜੀਆਂ ਚੱਲਦੀਆਂ ਹੈਗੀਆਂ ਉਹ ਨਾਲ ਪਾ ਕੇ ਤਾਂ ਚਲਾਉਂਦੇ ਹੈਗੇ ਆ। ਫਿਰ ਦਿਨ ਤੁਸੀਂ ਕਿੱਦਾਂ ਸੋਚਦੇ ਆ ਵੀ ਹਾਂ ਵੀ ਇਹ ਇੰਨੀ ਜਲਦੀ ਇੱਦਾਂ ਬਦਲਾ ਆ ਗਿਆ? ਇਹਨੂੰ ਤਾਂ ਭਗਵੰਤ ਮਾਨ ਨੂੰ ਇਹ ਵੀ ਕਿਹਾ ਸੀਗਾ ਕਿਸੇ ਇਸ਼ੂ ਦੇ ਵਿੱਚ, ਮੇਰਾ ਖਿਆਲ ਕਿ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ, ਭਗਵੰਤ ਮਾਨ ਤੇ ਪਰਚਾ ਦਰਜ ਹੋਣਾ ਚਾਹੀਦਾ।
ਸੋ ਇਸ ਕਰਕੇ ਫਿਰ ਤਾਂ ਲੋਕੀ ਜੇ ਮਾੜਾ ਚੰਗਾ ਬੋਲਦੇ ਆ ਤਾਂ ਫਿਰ ਉਹ ਠੀਕ ਬੋਲਦੇ ਹੈਗੇ ਆ। ਪਰ ਤੁਹਾਡੀ ਅਸੈਸਮੈਂਟ ਕੀ ਕਹਿੰਦੀ ਹੈ ਹੁਣ, ਜੇ ਅਸੀਂ ਇਸ ਪਾਸੇ ਦੇਖੀਏ ਤਾਂ ਸੰਤੋਖ ਸਿੰਘ ਚੌਧਰੀ ਦੀ ਲੈਗੇਸੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਹਨਾਂ ਦੀ ਵਾਈਫ ਨੂੰ ਟਿਕਟ ਦਿੱਤਾ, ਔਰ ਦੂਸਰੇ ਬੰਨੇ ਕਾਂਗਰਸ ਦੇ ਵਿੱਚੋਂ ਹੀ ਸੰਨਮਾਰੀ ਕੀਤੀ, ਫਿਰ ਉਹਨਾਂ ਦੇ ਭਤੀਜੇ ਵੀ ਚਲੇ ਗਏ। ਕੀ ਕਾਂਗਰਸ ਸੰਭਾਲ ਨਹੀਂ ਪਾ ਰਹੀ ਆਪਦੇ ਬੰਦਿਆਂ ਨੂੰ, ਜਾਂ ਵਜ੍ਹਾ ਕੀ ਆ, ਫਿਰ ਕੀ ਸਮਝ ਰਹੇ ਹੋ? ਮੈਨੂੰ ਲੱਗਦਾ ਕਈ ਵਾਰੀ ਨੈਚੁਰਲ ਪ੍ਰੋਸੈਸ ਦੇ ਵਿੱਚ ਨਾ ਕਲੈਂਜ਼ਿੰਗ ਹੁੰਦੀ ਆ। ਇਹ ਸਾਡੀ ਮੈਨੂੰ ਲੱਗਦਾ ਨੈਚੁਰਲ ਪ੍ਰੋਸੈਸ ਦੇ ਵਿੱਚ ਨਾ ਕਲੈਂਜ਼ਿੰਗ ਹੋ ਰਹੀ ਆ। ਕਈ ਵਾਰੀ ਕੀ ਹੁੰਦਾ, ਤੁਸੀਂ ਕਈ ਵਾਰੀ ਇੱਕ ਪਾਰਟੀਆਂ ਜਿਹੜੀਆਂ ਵੱਡੀਆਂ ਹੁੰਦੀਆਂ ਉਹਦੇ ਵਿੱਚ ਚਾਹੁੰਦੇ ਹੋਏ ਵੀ ਕਈ ਵਾਰੀ ਇਹੋ ਜਿਹਾ ਬੰਦੇ ਕੱਢ ਨਹੀਂ ਸਕਦੇ ਹੁੰਦੇ। ਪਰ ਮੈਨੂੰ ਲੱਗਦਾ ਕਿਉਂਕਿ ਇੱਕ ਲੈਗੇਸੀ ਸੀ, ਕਿਉਂਕਿ 100 ਸਾਲ ਦੀ ਲਗਭਗ ਇਸ ਪਰਿਵਾਰ ਦੀ, ਸੋ ਉਹਦੇ ਵਿੱਚੋਂ ਕਿਉਂਕਿ ਵੈਸੇ ਜਿਹੜੀਆਂ ਲੈਗੇਸੀਜ਼ ਆ ਉਹ ਮੁੱਕਦੀਆਂ ਵੀ ਤਾਂ ਹੀ ਹੁੰਦੀਆਂ, ਕੋਈ ਨਾ ਕੋਈ ਦੂਜੀ ਤੀਜੀ ਚੌਥੀ ਪੀੜ੍ਹੀ ਦਾ ਬੰਦਾ ਇਹੋ ਜਿਹਾ ਜੰਮਦਾ ਤੇ ਉਹਨੇ ਫਿਰ ਖ਼ਤਮ ਵੀ ਤਾਂ ਕਰਨੀ ਹੁੰਦੀ ਹੈ ਨਾ, ਕਿਉਂਕਿ ਇੱਕ ਕੁਦਰਤ ਦਾ ਨਿਯਮ ਵੀ ਹੈਗਾ ਨਾ, ਜਿੱਥੇ ਉਤਰਾਅ ਆਉਂਦਾ ਉੱਥੇ ਚੜ੍ਹਾਅ ਵੀ ਆਉਂਦਾ, ਜਿੱਥੇ ਚੜ੍ਹਾਅ ਆਉਂਦਾ ਉੱਥੇ ਉਤਰਾਅ ਵੀ ਆਉਂਦਾ। ਪਰ ਹੁਣ ਟਿਕਟ ਵਾਸਤੇ ਜਿੱਦਾਂ ਕਿ ਤਰਲੋ ਮੱਛੀ ਹੋਈ ਸੀ ਬਾਕੀ ਦੇ ਵੀ, ਔਰ ਕਹਿੰਦੇ ਕਿ ਟਿਕਟ ਨਹੀਂ ਮਿਲੀ। ਬੇਸਿਕਲੀ ਆਮ ਆਦਮੀ ਪਾਰਟੀ ਵਾਲਿਆਂ ਵਾਸਤੇ ਇਲਜ਼ਾਮ ਲੱਗ ਰਹੇ, ਕਹਿੰਦੇ ਕਿ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ। ਬੀਜੇਪੀ ਕਹਿੰਦੀ ਹੈ ਕਿ ਅਸੀਂ ਵੀ ਦਿਆਂਗੇ, ਪਹਿਲਾਂ ਬਾਕੀਆਂ ਨੂੰ ਦੇਖ ਲਈਏ। ਕਿਵੇਂ ਦੇਖਦੇ ਹੋ, ਅਸੈਸਮੈਂਟ ਕੀ ਕਹਿੰਦੀ ਹੈ, ਕੌਣ ਜਿੱਤਦਾ ਲੱਗ ਰਿਹਾ, ਕੀ ਲੱਗ ਰਿਹਾ, ਨਜ਼ਰ ਕੀ ਆ ਰਿਹਾ? ਦੇਖੋ ਵਿਕਰਮ ਜੀ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜਾ ਵੀ ਕੋਈ ਸਿਸਟਮ ਹੁੰਦਾ, ਲੋਕਾਂ ਦੇ ਉੱਥੋਂ ਦੇ ਲੋਕਾਂ ਦੇ ਕਰੈਕਟਰ ਦਾ ਸ਼ੀਸ਼ਾ ਹੁੰਦਾ ਤੇ ਪੋਲੀਟੀਸ਼ੀਅਨ ਉਸ ਸ਼ੀਸ਼ੇ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੈ। ਇਹਦਾ ਮਤਲਬ ਇਹ ਹੋਇਆ ਵੀ ਦੇਖੋ ਸਾਡੀ ਰਾਜਨੀਤੀ ਤਾਂ ਗੰਦਲੀ ਹੋਈ ਆ, ਇਹਦੇ 'ਚ ਤਾਂ ਕੋਈ ਦੋ ਰਾਮਾ ਨਹੀਂ, ਕਿਉਂਕਿ ਕੋਈ ਬੰਦੇ ਵੀ ਲੌਜੀਕਲੀ ਖੜਨ ਦੀ ਕੋਸ਼ਿਸ਼ ਨਹੀਂ ਕਰਦੇ। ਅੱਜ ਸਾਡੇ ਦੇਸ਼ ਦੇ ਉੱਤੇ ਬਹੁਤ ਵੱਡਾ ਕ੍ਰਾਈਸਿਸ ਹੈ, ਸਾਡੀ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਖਤਰਾ, ਚਾਹੇ ਉਹ ਬੀਜੇਪੀ ਦੀ ਗੱਲ ਕਰ ਲਈਏ, ਚਾਹੇ ਇਹ ਬੀਜੇਪੀ ਦੀ ਬੀ ਟੀਮ ਹੈ, ਇਹਨਾਂ ਦੀ ਗੱਲ ਕਰ ਲਈਏ। ਕਿਉਂਕਿ ਜਦੋਂ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਅਸਲੀ ਚੌਥਾ ਥੰਮ ਹੈ ਨਾ, ਜਦੋਂ ਤੁਸੀਂ ਉਹਦਾ ਗਲਾ ਘੁੱਟਦੇ ਆ, ਜਦੋਂ ਤੁਸੀਂ ਜੁਡੀਸ਼ੀਅਲ ਸਿਸਟਮ ਦਾ ਗਲਾ ਘੁੱਟਦੇ ਆ, ਇਹਦਾ ਮਤਲਬ ਤੁਸੀਂ ਇੰਸਟੀਟਿਊਸ਼ਨਸ ਮਾਰਨ ਲੱਗ ਪਏ। ਤੁਸੀਂ ਇਸ ਗੱਲ ਨੂੰ ਪੋਜ਼ਿਟਿਵਲੀ ਨਹੀਂ ਲੈਂਦੇ ਵੀ ਜੇ ਤੁਹਾਨੂੰ ਕੋਈ ਕ੍ਰਿਟੀਸਾਈਜ਼ ਕਰਦਾ, ਡੈਮੋਕ੍ਰੇਸੀ ਦੀ ਬਿਊਟੀ ਕੀ ਸੀ, ਉਹਦੇ ਵਿੱਚ ਓਪੋਜੀਸ਼ਨ ਵੀ ਉਨਾ ਹੀ ਰੋਲ ਪਲੇ ਕਰਦੀ ਆ। ਹਰ ਬੰਦਾ ਕੋਈ ਪਰਫੈਕਟ ਨਹੀਂ ਹੁੰਦਾ, ਉਹਦੇ ਵਿੱਚ ਜਿਹੜੀ ਚੰਗੀ ਚੀਜ਼ ਹੈ ਉਹਨੂੰ ਸਿੱਖ ਕੇ ਗਾਂਹ ਕਰ ਲਓ। ਜ਼ਰੂਰੀ ਤਾਂ ਨਹੀਂ ਹੈ ਤੁਸੀਂ ਇੱਕ ਨਜ਼ਰੀਏ ਨਾਲ ਦੇਖਦਾ, ਮੈਂ ਇੱਕ ਨਜ਼ਰੀਏ ਨਾਲ ਦੇਖਦਾ। ਅੱਛਾ, ਪੱਤਰਕਾਰੀ ਦਾ ਵੀ ਇਹ ਰੋਲ ਸੀਗਾ। ਅੱਛਾ, ਪੱਤਰਕਾਰ ਹੁਣ ਘੁੱਟਣ ਮਹਿਸੂਸ ਕਰਦੇ ਆ। ਕਈ ਬਿਜ਼ਨਸ ਹਾਊਸ ਜਿਹੜੇ ਪੱਤਰਕਾਰਾਂ ਦੇ ਜਿਹੜੇ ਉਹਨਾਂ ਦੇ ਮੀਡੀਆ ਹਾਊਸਿਸ ਹੈ, ਉਹ ਤਾਂ ਨਹੀਂ ਘੁੱਟਣ ਮਹਿਸੂਸ ਕਰਦੇ। ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਐਡਵਰਟਾਈਜ਼ਮੈਂਟ ਦੇ ਫੰਡ ਬੜੇ ਆ ਰਹੇ ਆ, ਕਿਉਂਕਿ 50 ਕਰੋੜ ਦਾ ਨਾਰਮਲੀ ਫੰਡ ਹੁੰਦਾ ਸੀਗਾ ਸਾਲ ਦਾ, ਇਹ 850 ਕਰੋੜ ਤੇ ਲੈ ਗਏ। ਸੋ ਲੇਕਿਨ ਜਿਹੜਾ ਬੰਦਾ ਯੰਗ ਆ, ਇੰਡੀਪੈਂਡੈਂਟ ਆ, ਜਿਹੜਾ ਚਾਹੁੰਦਾ ਸੀ ਇੱਕ ਜਜ਼ਬੇ ਨਾਲ ਵੀ ਹਾਂ ਵੀ ਮੈਂ ਪੱਤਰਕਾਰਤਾ ਦੇ ਵਿੱਚ ਆਪਣੀ ਉਹ ਪਛਾਣ ਵੀ ਬਣਾਉਣੀ ਆ ਤੇ ਮੈਂ ਸਮਾਜ ਨੂੰ ਕੁਝ ਕੰਟਰੀਬਿਊਟ ਵੀ ਕਰਨਾ, ਅੱਜ ਉਹ ਘੁੱਟਿਆ ਮਹਿਸੂਸ ਕਰਦਾ, ਕਿਉਂਕਿ ਉਹਨੂੰ ਐਂ ਲੱਗਦਾ ਵੀ ਜੇ ਮੈਂ ਕਰਕੇ ਵੀ ਲੈ ਗਿਆ ਤਾਂ ਫਿਰ ਸ਼ਾਇਦ ਇਹ ਚੱਲਣੀ ਆ ਕਿ ਨਹੀਂ ਚੱਲਣੀ। ਸੱਚੀ ਗੱਲ ਤਾਂ ਇਹ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਕੋਈ ਬਹੁਤ ਜ਼ਿਆਦਾ ਦੇਰ ਨਹੀਂ ਚੱਲਣੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਡਿਕਟੇਟਰ ਵੀ ਆਏ ਹੈਗੇ ਆ, ਪਰ ਉਹ ਵੀ ਨਹੀਂ ਰਹੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇੱਦਾਂ ਦੀ ਸੋਚ ਰੱਖਣੀ ਨਹੀਂ ਚਾਹੀਦੀ। ਹੁਣ ਪਿੱਛੇ ਜਿਹਾ ਇੱਕ ਪੱਤਰਕਾਰ ਨੂੰ ਇਹਨੇ ਅੰਦਰ ਕਰ ਦਿੱਤਾ, ਉਹ ਦੂਸਰੇ ਦਿਨ ਚਲੋ ਜੱਜ ਸਾਹਿਬ ਨੇ ਉਹਦੀ ਜ਼ਮਾਨਤ ਲੈ ਲਈ। ਪਰ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਯੂ ਹੈਵ ਟੂ ਫੇਸ ਦਾ ਕ੍ਰਿਟਿਸਿਜ਼ਮ। ਪਰ ਮੈਂ ਕਦੀ ਪੁਰਾਣਿਆਂ 'ਚ ਚਲੋ ਚਾਹੇ ਉਹਨਾਂ 'ਚ ਹੋਰ 100 ਗਲਤੀਆਂ ਹੋਣਗੀਆਂ, ਪਰ ਇੱਦਾਂ ਨਹੀਂ ਸੀ ਕਦੀ ਦੇਖਿਆ ਜਿੱਦਾਂ ਹੁਣ ਕਰਨ ਡਏ ਆ। ਚਲੋ ਸੀਟ ਕੌਣ ਕੱਢੂਗਾ, ਕੀ ਲੱਗਦਾ ਤੁਹਾਨੂੰ? ਨਹੀਂ, ਸੀਟ ਅਸੀਂ ਜਿੱਤਾਂਗੇ। ਇਹ ਠੀਕ ਆ, ਸਾਨੂੰ ਮਿਹਨਤ ਕਰਨੀ ਪਊਗੀ, ਕਿਉਂਕਿ ਆਹ 2-4 ਦਿਨ ਦੀ ਕਿਉਂਕਿ ਕਾਫੀ ਕਹਿ ਲਓ ਹਲਚਲ ਜੀ ਹੈਗੀ ਆ, ਪਰ ਹਲਚਲ ਵਰਕਰ ਦੇ ਨਾਲ ਨਹੀਂ ਹੈਗੀ। ਵਰਕਰ ਸਾਡਾ ਬਿਲਕੁਲ ਕਾਇਮ ਹੈਗਾ, ਲੇਕਿਨ ਜਿਹੜੇ ਲੀਡਰ ਹੈ, ਵੈਸੇ ਵਿਕਰਮ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇਹ ਜਿਹੜੇ ਲੀਡਰ ਹੈ ਨਾ, ਜੇ ਕੋਈ ਕਹੇ ਵੀ ਮੈਂ 10,000 ਵੋਟ ਨਾਲ ਲੈ ਗਿਆ ਜਾਂ 20,000 ਵੋਟ ਨਾਲ ਲੈ ਗਿਆ, ਉੱਦਾਂ ਦੇ ਲੀਡਰ ਨਹੀਂ ਹੈਗੇ। ਇਹਨਾਂ ਨੂੰ ਬੜਾ ਕਲੀਅਰ ਕੱਟ, ਕਿਉਂਕਿ ਜੇ ਕਿਤੇ ਇੰਡੀਪੈਂਡੈਂਟ ਕੋਈ ਖੜਾ ਹੋ ਕੇ ਦੇਖ ਲਵੇ ਨਾ ਤਾਂ ਫਿਰ ਗੱਲ ਬੜੀ ਕਲੀਅਰ ਕੱਟ ਸਮਝ ਆ ਜਾਂਦੀ ਵੀ ਤੁਹਾਡੇ ਪੱਲੇ ਕਿੰਨਾ ਕਿਆ। ਠੀਕ ਹੈ, ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੁੰਦਾ, ਜਿੱਦਾਂ ਜ਼ਿਮਨੀ ਚੋਣ ਹੁੰਦੀ ਹੈ ਤੇ ਕਹਿੰਦੇ ਸਟੇਟ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਉਹੀ ਕੱਢਦਾ। ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਜ਼ਿਮਨੀ ਚੋਣ ਹੋਈ, ਇੱਕ ਸੀਟ ਸੀਗੀ, ਅਕਾਲੀ ਦਲ ਕੱਢਿਆ, ਬਾਕੀ ਦੀਆਂ ਕਾਂਗਰਸ ਜਿੱਤੀ। ਔਰ ਇਸ ਵਾਰ ਤੁਸੀਂ ਕਿਵੇਂ ਦੇਖ ਰਹੇ ਹੋ, ਇਹ ਫੈਕਟਰ ਤੁਹਾਨੂੰ ਲੱਗਦਾ ਕੰਮ ਕਰੂਗਾ, ਆਮ ਆਦਮੀ ਪਾਰਟੀ ਦੇ ਫੇਵਰ ਜਾਊਗੀ ਗੱਲ ਸਰਕਾਰ ਵਾਲੀ? ਕਿਉਂਕਿ ਸਾਰੀਆਂ ਚੀਜ਼ਾਂ ਪਾਵਰ ਔਰ ਸਭ ਕੁਝ ਹੁੰਦਾ। ਨਹੀਂ, ਇਹ ਸਾਮ ਦਾਮ ਦੰਡ ਭੇਦ ਇਹ ਸਾਰਾ ਕੁਝ ਹੀ ਹੋਣਾ ਸਾਡੇ ਨਾਲ, ਬਟ ਉਹਦੇ ਬਾਵਜੂਦ ਵੀ ਜਿਹੜੇ ਦੁਆਬੇ ਦੇ ਲੋਕ ਹੈ ਨਾ, ਉਹ ਚੁੱਪ ਕਰਕੇ ਬਟਨ ਦਬਾ ਕੇ ਆ ਜਾਂਦੇ ਆ।
ਇਹ ਠੀਕ ਆ ਵੀ ਹੋ ਸਕਦਾ ਬਹੁਤ ਵੱਡੀਆਂ ਕੋਈ ਰੈਲੀਆਂ ਨਾ ਕਰ ਸਕਣ, ਕੋਈ ਬਹੁਤ ਵੱਡੇ ਇਕੱਠ ਨਾ ਹੋ ਸਕਣ, ਬਹੁਤ ਵੱਡੇ ਲੋਕੀ ਕਾਫਲਿਆਂ ਦੇ ਵਿੱਚ ਨਾ ਇਕੱਠੇ ਹੋ ਸਕਣ, ਕਿਉਂਕਿ ਸਰਕਾਰ ਦਾ ਨੈਚੁਰਲੀ ਆ ਪ੍ਰੈਸ਼ਰ ਹੋਊਗਾ। ਬਟ ਐਟ ਦਾ ਸੇਮ ਟਾਈਮ ਮੈਨੂੰ ਜਿੰਨਾ ਕੁ ਸਮਝ ਹੈਗੀ ਆ, ਜਿੰਨਾ ਕੁ ਮੇਰੀ 10-12 ਸਾਲ ਦੀ ਪੋਲਿਟਿਕਸ ਹੈਗੀ ਆ, ਉਹਦੇ ਵਿੱਚ ਇਹ ਲੋਕ ਸਿਆਣੇ ਆ ਤੇ ਐਂਡ ਆਫ ਦਾ ਡੇ ਇਹ ਗੱਲ ਠੀਕ ਕਰਦੇ ਹੈਗੇ ਆ। ਗੱਲ ਇਹਨਾਂ ਨੇ ਉੱਥੇ ਵੋਟ ਪਾਉਣੀ ਆ ਜਿੱਥੇ ਸੂਬੇ ਦੀ ਗੱਲ ਹੋਵੇ, ਦੇਸ਼ ਦੀ ਗੱਲ ਹੋਵੇ। ਇਹ ਠੀਕ ਆ, ਓਪਰਚੁਨਿਟੀ ਹਰ ਬੰਦਾ ਬੇਸਿਕਲੀ ਕਹਿ ਲਓ ਕਿ ਲਾਲਚੀ ਹੈਗਾ, ਕਿਤੇ ਨਾ ਕਿਤੇ ਉਹਨੂੰ ਇਹ ਲੱਗਦਾ ਹੁੰਦਾ ਕਿ ਮੈਂ ਪਾਵਰ ਦੇ ਨਾਲ ਜੁੜ ਜਾਵਾਂ, ਅੱਜ ਪਾਵਰ ਇਹਦੇ ਕੋਲ ਆ, ਇਹਦੇ ਕੋਲ ਚਲੇ ਜਾਵਾਂ। ਬਟ ਲੋਕੀ ਐਜ਼ ਸੱਚ ਜਿਹੜੇ ਉਹ ਠੀਕ ਹੈਗੇ ਆ। ਜ਼ਿਆਦਾ ਐਮਐਲਏ ਜਿਹੜੇ ਆ ਉਹ ਤੁਹਾਡੇ ਕੋਲ ਨੇ ਹਲਕੇ ਦੇ ਵਿੱਚ, ਅਸੀਂ ਗੱਲ ਕਰੀਏ ਜਲੰਧਰ ਦੇ ਵਿੱਚ ਸਾਡੇ ਕੋਲ ਨੇ 4, ਉਹਨਾਂ ਕੋਲ ਨੇ, ਇੱਕ ਵਾਧੀ ਹੈ ਤੁਹਾਡੇ ਕੋਲ। ਡੈਫੀਨੇਟਲੀ ਸਾਡੀ ਉਹਨਾਂ ਨੂੰ 50 ਦਾ ਫਾਇਦਾ ਤੁਹਾਨੂੰ ਲੱਗਦਾ ਮਿਲੂਗਾ? ਨਹੀਂ, ਡੈਫੀਨੇਟਲੀ ਸਾਡੀ 50,000 ਵੋਟ ਉਹਨਾਂ ਨਾਲੋਂ ਵੱਧ ਹੈਗੀ ਆ। ਇਹ ਠੀਕ ਆ ਵੀ ਗਵਰਨਮੈਂਟ ਦਾ ਪ੍ਰੈਸ਼ਰ ਹੈਗਾ ਬਹੁਤ, ਸਾਡੇ ਸਰਪੰਚਾਂ ਨੂੰ, ਸਾਡੇ ਹੋਰ ਜਿਹੜੇ ਮੋਹਤਵਰ ਬੰਦੇ ਆ ਵੀ ਹਰ ਤਰ੍ਹਾਂ ਦਾ ਪ੍ਰੈਸ਼ਰਾਈਜ਼ ਕਰ ਰਿਹਾ। ਕੋਈ ਗੱਲ ਨਹੀਂ, ਵੀ ਹੈਵ ਟੂ ਫੇਸ ਇਟ। ਪਰ ਜਿਸ ਤਰੀਕੇ ਦੇ ਨਾਲ ਪ੍ਰਗਟ ਜੀ ਤੁਸੀਂ ਕਹਿ ਰਹੇ ਹੋ ਕਿ ਸੀਟ ਤੁਸੀਂ ਜਿੱਤੋਗੇ, ਤਾਂ ਇਹ ਸਮੀਕਰਨ ਤੁਹਾਨੂੰ ਕਿਵੇਂ ਬਦਲਦੇ ਨਜ਼ਰ ਆਉਣਗੇ? ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਐਗਜ਼ਾਮਪਲ ਦੇ ਤੌਰ ਤੇ ਵੀ ਦੇਖਿਆ ਕਿ ਭਾਈ ਜਿਹਦੀ ਸਰਕਾਰ ਹੁੰਦੀ ਹੈ, ਕਿ ਤੁਹਾਨੂੰ ਲੱਗਦਾ ਕੋਈ ਨਾਰਾਜ਼ਗੀ ਲੋਕਾਂ ਦੇ ਵਿੱਚ ਆ ਜਾਂ ਕੋਈ ਹੋਰ ਫੈਕਟਰ ਚੱਲੂਗਾ ਤੁਹਾਨੂੰ ਲੱਗਦਾ, ਜਾਂ ਫਿਰ ਇੱਕ ਸਿੰਪਥੀ ਵੋਟ ਵੀ ਜਿਹੜਾ ਸੰਤੋਖ ਸਿੰਘ ਚੌਧਰੀ ਦੀ ਸੀ ਜੋ ਡੈਥ ਹੋਈ ਉਹਦੇ ਕਰਕੇ ਸਿੰਪਥੀ ਜਿਹੜੀ ਆ ਉਹ ਵੀ ਉਹਨਾਂ ਦੇ ਵਾਈਫ ਨੂੰ ਵੋਟਾਂ ਦਵਾਊਗੀ? ਜੀ ਬਿਕਰਮ ਜੀ, ਤੁਸੀਂ ਕਿਹੜਾ ਵਰਗ ਇਹਨਾਂ ਨਾਲੋਂ ਖੁਸ਼ ਹੈ? ਆਪਾਂ ਡੈਮੋਕ੍ਰੇਸੀ ਦੇ ਪਿਲਰਾਂ ਦੀ ਗੱਲ ਤਾਂ ਕਰ ਹੀ ਲਈ ਆ, ਲੋਕਾਂ ਦੀ ਗੱਲ ਕਰ ਲਓ, ਡਰਾਮੇਬਾਜ਼ੀ ਦੀ ਗੱਲ ਕਰ ਲਓ। ਇਹ ਬੇਸਿਕਲੀ ਬਿਲਕੁਲ ਹੀ ਐਡਵਰਟਾਈਜ਼ਮੈਂਟ ਦੀ ਜਿਹੜੀ ਸਰਕਾਰ ਹੈਗੀ ਆ, ਇਹ ਕੋਈ ਗਰਾਊਂਡ ਲੈਵਲ ਤੇ ਕੋਈ ਲੰਮਾ ਚੌੜਾ ਇਹਨਾਂ ਦਾ ਕੰਮਕਾਰ ਹੈ ਨਹੀਂ। ਇਹ ਤਾਂ ਇੱਕ ਛੋਟੀ ਛੋਟੀ ਗੱਲ ਨੂੰ ਜਿਹੜੇ ਹੁਣ ਆ ਜਿਹੜੇ ਟੋਲ ਪਲਾਜ਼ੇ ਆ, ਜੇ ਟੋਲ ਪਲਾਜ਼ੇ ਦੀ ਡੇਟ ਲੰਘ ਗਈ ਤਾਂ ਯਾਰ ਉਹ ਤਾਂ ਹੁਣ ਲੰਘ ਗਈ, ਤਾਂ ਫਿਰ ਉਹਦੀ ਵੀ ਪਬਲਿਸਿਟੀ ਲੈਣ ਤੁਰ ਪੈਣਾ, ਉਹਦਾ ਪਹਿਲਾਂ ਐਡਵਰਟਾਈਜ਼ਮੈਂਟ ਦੇਣੀ। ਉਹਦਾ ਮਤਲਬ ਕੀ ਇਹ ਸ਼ੋਅ ਦੇ ਕੰਮ ਆ? ਅੱਛਾ, ਇਹਦੇ ਨਾਲ ਕੀ ਫਰਕ ਪਊਗਾ? ਲੇਕਿਨ ਇਹ ਆ ਕਿ ਲੋਕੀ ਨਾਰਾਜ਼ ਹੈ, ਲੋਕੀ ਹਰ ਤਰ੍ਹਾਂ ਦੀ ਨਾਰਾਜ਼ਗੀ ਆ। ਹੁਣ ਅੰਮ੍ਰਿਤਪਾਲ ਵਾਲਾ ਇਸ਼ੂ ਆ। ਅੱਛਾ, ਮੈਂ ਨਹੀਂ ਕਹਿੰਦਾ ਵੀ ਹੋ ਸਕਦਾ ਜਾਣੇ ਅਣਜਾਣੇ ਵਰਤ ਹੋ ਗਿਆ ਹੋਵੇ ਉਹ, ਜਾਂ ਜਾਣ ਬੁੱਝ ਕੇ ਵਰਤ ਹੋਇਆ ਹੋਵੇ। ਅੱਛਾ, ਡਿਜ਼ਾਈਨ ਬੀਜੇਪੀ ਨੇ ਕੀਤਾ, ਐਗਜ਼ੀਕਿਊਟ ਇਹਨਾਂ ਨੇ ਕੀਤਾ ਕਾਹਦੇ ਲਈ? ਸਿੱਖੀ ਨੂੰ ਬਦਨਾਮ ਕਰ ਲਈ, ਪੰਜਾਬੀਆਂ ਨੂੰ ਬਦਨਾਮ ਕਰ ਲਈ। ਅੱਛਾ, ਇੱਦਾਂ ਤਾਂ ਨਾ ਕਰੋ ਸਾਡੇ ਨਾਲ। ਠੀਕ ਹੈ, ਪੋਲੀਟਿਕਸ ਕਰੋ, ਜੋ ਮਰਜ਼ੀ ਕਰੋ, ਬਟ ਐਟ ਦਾ ਸੇਮ ਟਾਈਮ ਇੱਦਾਂ ਨਾ ਕਰੋ। ਔਰ ਉਹਦੇ ਵਿੱਚ ਨੈਸ਼ਨਲ ਮੀਡੀਆ ਦਾ ਵੀ ਰੋਲ ਹੈਗਾ। ਉਹਦੇ ਵਿੱਚ ਨੈਸ਼ਨਲ ਮੀਡੀਆ ਨੇ ਇੱਦਾਂ ਪ੍ਰੋਜੈਕਟ ਕਰ ਦਿੱਤਾ, ਕਿਉਂਕਿ ਪੈਰਾਮਿਲਟਰੀ ਫੋਰਸ ਆ ਗਈ, ਕਿਉਂਕਿ ਪੈਰਾਮਿਲਟਰੀ ਫੋਰਸ ਆ ਬੇਸਿਕਲੀ ਭਗਵੰਤ ਮਾਨ ਨੇ ਇਨਵਾਈਟ ਕੀਤੀ ਆ। ਉਹਨੇ G20 ਵਾਸਤੇ ਸਿਕਿਉਰਿਟੀ ਦੇ ਬਿਹਾਫ ਤੇ ਲੈ ਕੇ, ਤੇ G20 ਤਾਂ ਹੋ ਗਿਆ, ਉਹ ਤਾਂ ਮੁੱਕ ਗਿਆ, ਤੇ ਇਹ ਤਾਂ ਹੁਣੇ ਵੀ ਨਾਕੇ ਲਾਈ ਫਿਰਦੇ ਆ। ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨਾ, ਕਿਉਂਕਿ ਉਹ 20,000 ਬੰਦੇ ਦਾ ਖਰਚਾ ਤਾਂ ਪੰਜਾਬ ਸਰਕਾਰ ਨੂੰ ਪੈਣਾ ਹੈਗਾ। ਲੇਕਿਨ ਉਹਦੀ ਪ੍ਰੋਜੈਕਸ਼ਨ ਇੱਦਾਂ ਦੀ ਹੋਈ ਵੀ ਸ਼ਾਇਦ ਇਹ ਖਾਲਿਸਤਾਨ ਰਾਤੀ ਬਣ ਚੱਲਿਆ ਸੀ, ਬੀਜੇਪੀ ਨੇ ਤਾਂ ਅਨਾਊਂਸ ਹੁੰਦਾ ਰੋਕ ਲਿਆ। ਤੇ ਲੇਕਿਨ ਇਹ ਉਹਨਾਂ ਦੀ B ਟੀਮ ਆ। ਮੈਨੂੰ ਬੜੀ ਕਲੈਰਿਟੀ ਹੈਗੀ ਹੈ। ਕਿਵੇਂ ਕਲੈਰਿਟੀ ਹੈ ਤੁਹਾਨੂੰ? ਨਹੀਂ, ਮੈਨੂੰ ਕਿਉਂਕਿ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ, ਅੰਨਾ ਹਜ਼ਾਰੇ ਤਾਂ ਇੱਕ ਸ਼ਰੀਫ ਬੰਦਾ ਸੀ, ਸਿੰਪਲ ਬੰਦਾ ਸੀ, ਉਹਨੂੰ ਖੜਾ ਕਰਕੇ ਤੇ ਜੋ ਉਹਦੇ ਵਿੱਚੋਂ ਨਿਕਲਿਆ ਉਹ ਸਾਰਾ ਕੁਝ ਖੁੱਲ੍ਹ ਕੇ ਬੋਲਦੇ ਨਜ਼ਰ ਆਉਂਦੇ ਬੀਜੇਪੀ ਦੇ ਖਿਲਾਫ। ਉਹ ਕਹਿੰਦੇ ਕਿ ਸਪੇਸ ਹੀ ਅਸੀਂ ਲੈ ਰਹੇ। ਖੁੱਲ ਕੇ ਕੁਝ ਨਹੀਂ ਹੈ, ਖੁੱਲ ਕੇ ਬਾਕੀ ਤਾਂ ਸਾਰਾ ਕੁਝ ਸੇਮ ਹੀ ਹੈ। 1-2 ਬੰਦਿਆਂ ਦਾ ਫਰਕ ਹੈਗਾ, ਬਾਕੀ ਕੋਈ ਫਰਕ ਨਹੀਂ ਹੈ। ਨਵਜੋਤ ਸਿੰਘ ਸਿੱਧੂ ਆ ਗਏ ਜੇਲ੍ਹ ਚੋਂ ਬਾਹਰ, ਤੁਹਾਡੇ ਤਾਂ ਬਹੁਤ ਚੰਗੇ ਦੋਸਤ ਆ, ਕੀ ਗੱਲਬਾਤ ਹੋਈ? ਲਗਾਤਾਰ ਰਾਹੁਲ ਪ੍ਰਿਯੰਕਾ ਹੋਣਾ ਨਾਲ ਵੀ ਮੁਲਾਕਾਤ ਕਰਕੇ ਚੱਲੂਗੇ ਸਿਸਟਮ ਇਹਨਾਂ ਦਾ ਮਿਲ ਕੇ ਚੱਲਣਗੇ, ਜਾਂ ਕਿਉਂਕਿ ਇੱਕ ਚਰਚਾ ਹੁਣ ਇਸ ਤਰ੍ਹਾਂ ਦੀ ਚੱਲਣ ਲੱਗ ਪਈ ਹੈ, ਕਹਿੰਦੇ ਕਿ ਕਾਂਗਰਸ ਦੇ ਵਿੱਚ ਡਾਵਾਂਡੋਲ ਹੈ ਸਿਸਟਮ, ਇਸ ਤਰ੍ਹਾਂ ਦੀ ਗੱਲ? ਇਹੋ ਜੀ ਕੋਈ ਗੱਲ ਨਹੀਂ ਬਿਕਰਮ ਜੀ, ਬੇਸਿਕਲੀ ਇਕੱਠੇ ਹੋ ਕੇ ਚੱਲਣਗੇ, ਕੋਈ ਇਹੋ ਜੀ ਗੱਲ ਨਹੀਂ ਹੈ। ਵੀ ਹੈਵ ਟੂ ਮੇਕ ਅ ਟੀਮ ਐਂਡ ਕੋਈ ਮੈਨੂੰ ਬਹੁਤੀ ਪ੍ਰੋਬਲਮ ਨਹੀਂ ਲੱਗਦੀ, ਐਂਡ ਸਾਰੇ ਬੰਦੇ ਜਿਹੜੇ ਕੋਆਪਰੇਟ ਕਰ ਰਹੇ ਹੈਗੇ। ਪ੍ਰਧਾਨ ਸਾਹਿਬ ਦੇ ਨਾਲ ਕੋਈ ਮੁਲਾਕਾਤ ਕਰਾਉਣ ਜਾ ਰਹੇ ਹੋ? ਮੁਲਾਕਾਤ ਹਜੇ ਹੋਈ ਨਹੀਂ, ਕਹਿੰਦੇ ਆਪਸ ਦੇ ਵਿੱਚ ਵੀ ਖਟਾਸ ਹੈ। ਨਹੀਂ, ਕੋਈ ਨਹੀਂ ਕਰ ਲੈਣਗੇ, ਕੋਈ ਇਹੋ ਜੀ ਗੱਲ ਨਹੀਂ ਹੈ। ਚਲੋ ਸਾਰੇ ਆਪਣੀ ਆਪਣੀ ਜਗ੍ਹਾ ਲੱਗੇ ਹੋਏ, ਸੋ ਆਈ ਡੋਂਟ ਸੀ ਐਨੀ ਪ੍ਰੋਬਲਮ। ਜਲੰਧਰ ਚੋਣ ਨੂੰ ਲੈ ਕੇ ਤੁਹਾਡੀ ਚਰਚਾ ਹੋਈ ਸਿੱਧੂ ਸਾਹਿਬ ਨਾਲ? ਹਾਂ ਬਿਲਕੁਲ, ਕੱਲ ਵੀ ਆਏ ਸੀ ਉਹ, ਇੱਕ ਦਿਨ ਅੱਗੇ ਵੀ ਆਏ ਸੀਗੇ। ਸੋ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਪ੍ਰੋਬਲਮ ਹੋਵੇ। ਵੱਡੀ ਜ਼ਿੰਮੇਵਾਰੀ ਕੋਈ ਮਿਲਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਕੀ ਰੋਲ ਕਿੱਥੇ ਰਹੂਗਾ ਸਿੱਧੂ ਦਾ? ਤਾਂ ਮੈਂ ਨਹੀਂ ਕੁਝ ਕਹਿ ਸਕਦਾ ਯਾਰ, ਵੀ ਆਰ ਆਲ ਵਰਕਰਸ। ਸੋ ਇਹ ਕੋਈ ਰੌਲਾ ਨਹੀਂ ਹੁੰਦਾ ਵੀ ਯਾਰ ਰੋਲ ਤਾਂ ਜਿਹੜਾ ਲੀਡਰ ਹੋਵੇ, ਲੀਡਰ ਦਾ ਲੀਡਰੀ ਵਾਲਾ ਰੋਲ ਹੀ ਰਹਿਣਾ ਹੈਗਾ। ਥੈਂਕ ਯੂ। ਤਾਂ ਸਰਦਾਰ ਪ੍ਰਗਟ ਸਿੰਘ ਸਾਡੇ ਨਾਲ ਸਨ। ਪ੍ਰਗਟ ਸਿੰਘ ਕਹਿ ਰਹੇ ਆ ਕਿ ਜਿਸ ਤਰੀਕੇ ਨਾਲ ਦਾਅਵਾ ਕਰ ਰਹੇ ਆ, ਕਹਿੰਦੇ ਕਿ ਸੀਟ ਤਾਂ ਅਸੀਂ ਜਿੱਤਾਂਗੇ, ਇਹਦੇ ਬਹੁਤ ਸਾਰੇ ਫੈਕਟਰ ਹੈਗੇ ਆ। ਕਹਿੰਦੇ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦੀ ਨਾਰਾਜ਼ਗੀ ਵੀ ਹੈਗੀ ਹੈ, ਇਹ ਵੀ ਗੱਲ ਇਹਨਾਂ ਨੇ ਕਹੀ ਹੈ, ਤੇ ਨਾਲ ਹੀ ਹੋਰ ਵੀ ਕਈ ਫੈਕਟਰ ਗਿਣਾਏ। ਕਹਿੰਦੇ ਕਿ ਕਿਉਂਕਿ ਜਲੰਧਰ ਸੀਟ ਦੇ ਉੱਪਰ ਦਬਦਬਾ ਲਗਾਤਾਰ ਰਿਹਾ ਹੈ, ਕਾਂਗਰਸ ਜਿੱਤਦੀ ਰਹੀ ਹੈ, ਕਹਿੰਦੇ ਇਸ ਵਾਰ ਵੀ ਕਾਂਗਰਸ ਹੀ
ਜਲੰਧਰ ਤੋਂ ਚੋਣ ਜਿੱਤੇਗੀ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਜਲੰਧਰ।